ਸਬਤ ਦੇ ਦਿਨ ਦਾ ਆਸ਼ੀਸ਼ਿਤ ਸਮਾਂ ਆ ਗਿਆ ਹੈ। ਅੱਜ ਆਓ ਅਸੀਂ ਪਸਾਹ ਅਤੇ ਪਰਮੇਸ਼ਵਰ ਦਾ ਹੁਕਮ ਉਪਦੇਸ਼ ਸਿਰਲੇਖ ਨਾਲ ਪਸਾਹ ਦੇ ਅਰਥ ਉੱਤੇ ਵਿਚਾਰ ਕਰੀਏ। ਸਭ ਤੋਂ ਪਹਿਲਾਂ ਆਓ ਅਸੀਂ ਬਾਈਬਲ ਰਾਹੀਂ ਪੁਸ਼ਟੀ ਕਰੀਏ ਕਿ ਪਰਮੇਸ਼ਵਰ ਆਪਣੇ ਹੁਕਮਾਂ ਨੂੰ ਮਹੱਤਵਪੂਰਨ ਮੰਨਦੇ ਹਨ। ਆਓ ਅਸੀਂ ਜ਼ਬੂਰਾਂ ਦੀ ਪੋਥੀ ਅਧਿਆਇ 119 ਉੱਤੇ ਇੱਕ ਨਜ਼ਰ ਪਾਈਏ। ਜ਼ਬੂਰਾਂ ਦੀ ਪੋਥੀ ਅਧਿਆਇ 119 ਵਚਨ 127। ਇਸ ਲਈ ਮੈਂ ਉਹ ਪਰਮੇਸ਼ਵਰ ਦੇ ਹੁਕਮਾਂ ਬਾਰੇ ਕਿਵੇਂ ਮਹਿਸੂਸ ਕਰਦਾ ਹੈ। ਤੇਰੇ ਹੁਕਮਾਂ ਨਾਲ ਸੋਨੇ, ਸਗੋਂ ਕੁੰਦਨ ਸੋਨੇ ਨਾਲੋਂ ਵੱਧ ਪ੍ਰੀਤ ਰੱਖਦਾ ਹਾਂ। ਮੈਂ ਪਰਮੇਸ਼ਵਰ ਦੇ ਹੁਕਮਾਂ ਨੂੰ ਸ਼ੁੱਧ ਸੋਨੇ ਤੋਂ ਵੀ ਜ਼ਿਆਦਾ ਪਿਆਰ ਕਰਦਾ ਹਾਂ। ਦਾਊਦ ਨੇ ਪਰਮੇਸ਼ਵਰ ਦੇ ਹੁਕਮਾਂ ਦੇ ਮਹੱਤਵ ਉੱਤੇ ਜ਼ੋਰ ਦਿੱਤਾ। ਕਿਉਂਕਿ ਦਾਊਦ ਦੀ ਅਜਿਹੀ ਮਾਨਸਿਕਤਾ ਸੀ, ਇਸ ਲਈ ਕਿ ਪਰਮੇਸ਼ਵਰ ਨੇ ਉਸ ਨੂੰ ਮੇਰੇ ਮਨ ਦੇ ਅਨੁਸਾਰ ਮਨੁੱਖ ਦੀ ਉਪਾਧੀ ਨਹੀਂ ਦਿੱਤੀ। ਬਾਈਬਲ ਸਾਨੂੰ ਦੱਸਦੀ ਹੈ ਕਿ ਪਰਮੇਸ਼ਵਰ ਦੇ ਹੁਕਮ ਕਿੰਨੇ ਕੀਮਤੀ ਹਨ। ਉਹ ਇਸ ਦੁਨੀਆ ਦੇ ਕਿਸੇ ਵੀ ਹੋਰ ਕੀਮਤੀ ਖਜ਼ਾਨੇ ਨਾਲੋਂ ਜ਼ਿਆਦਾ ਕੀਮਤੀ ਹਨ। ਜਦੋਂ ਅਸੀਂ ਮੁੱਲ ਬਾਰੇ ਸੋਚਦੇ ਹਾਂ ਤਾਂ ਇਹ ਸੰਪੇਖ ਹੁੰਦਾ ਹੈ। ਕਿਉਂਕਿ ਅਸੀਂ ਘਰ ਵਿੱਚ ਬਹੁਤ ਸਾਰੇ ਪਾਣੀ ਦੀ ਵਰਤੋਂ ਕਰਦੇ ਹਾਂ, ਇਸ ਲਈ ਬਹੁਤ ਸਾਰੇ ਲੋਕ ਪਾਣੀ ਦੀ ਕੀਮਤ ਦੀ ਕਦਰ ਨਹੀਂ ਕਰਦੇ ਹਨ। ਹਾਲਾਂਕਿ ਜੇ ਰੇਗਿਸਤਾਨ ਵਿੱਚ ਇੱਕ ਵਿਅਕਤੀ ਨੂੰ ਆਪਣੀ ਜਾਨ ਬਚਾਉਣ ਲਈ ਪਾਣੀ ਦੇ ਇੱਕ ਘੁੱਟ ਦੀ ਲੋੜ ਹੁੰਦੀ ਹੈ, ਤਾਂ ਪਾਣੀ ਦੀ ਕੀਮਤ ਦੀ ਤੁਲਨਾ ਸੋਨੇ ਦੀ ਕੀਮਤ ਨਾਲ ਕਿਵੇਂ ਕੀਤੀ ਜਾ ਸਕਦੀ ਹੈ? ਦਰਅਸਲ ਇਹ ਬਹੁਤ ਕੀਮਤੀ ਹੈ। ਇਸ ਦੇ ਸਬੰਧ ਵਿੱਚ ਪ੍ਰਿੰਸ ਆਫ ਇਜਿਪਟ ਫਿਲਮ ਵਿੱਚ ਇੱਕ ਲਾਈਨ ਹੈ। ਇਹ ਕਹਿੰਦਾ ਹੈ, ਅਤੇ ਇੱਕ ਗੁਆਚੀ ਹੋਈ ਭੇਡ ਲਈ ਇੱਕ ਧਨੀ ਰਾਜਾ ਤੋਂ ਵੱਡਾ ਇੱਕ ਕਾਜਰੀ ਮੁੰਡਾ ਹੁੰਦਾ ਹੈ। ਰਾਜਾ ਚੰਗੀ ਤਰ੍ਹਾਂ ਰਾਜ ਕਰ ਸਕਦਾ ਹੈ, ਪਰ ਅਜਿਹੀ ਸਥਿਤੀ ਵਿੱਚ ਆਜੜੀ ਜ਼ਿਆਦਾ ਕੀਮਤੀ ਹੁੰਦਾ ਹੈ। ਜਦੋਂ ਅਸੀਂ ਇਸ ਤੇ ਵਿਚਾਰ ਕਰਦੇ ਹਾਂ ਤਾਂ ਅਸੀਂ ਸਮਝ ਸਕਦੇ ਹਾਂ ਕਿ ਸਥਿਤੀ ਦੇ ਆਧਾਰ ਤੇ ਮੁੱਲ ਵੱਖ-ਵੱਖ ਹੋ ਸਕਦੇ ਹਨ। ਆਓ ਅਸੀਂ ਸਵਰਗ ਦੇ ਮੁੱਲ ਬਾਰੇ ਸੋਚੀਏ। ਲੋਕ ਸਬਤ ਦੇ ਦਿਨ ਪਰਮੇਸ਼ਵਰ ਦੇ ਹੁਕਮਾਂ ਅਤੇ ਹੋਰ ਪਰਬਾਂ ਦੀ ਕੀਮਤ ਨੂੰ ਨਹੀਂ ਸਮਝਦੇ ਹਨ। ਹਾਲਾਂਕਿ ਜਿਸ ਦਿਨ ਮਨੁੱਖਜਾਤੀ ਪਰਮੇਸ਼ਵਰ ਦੇ ਨਿਆਂ ਦੇ ਸਿੰਘਾਸਨ ਦੇ ਸਾਹਮਣੇ ਖੜੀ ਹੋਵੇਗੀ, ਤਾਂ ਉਹ ਸਮਝਣਗੇ ਕਿ ਬਾਈਬਲ ਕਿਉਂ ਕਹਿੰਦੀ ਹੈ ਕਿ ਪਰਮੇਸ਼ਵਰ ਦੇ ਹੁਕਮ ਸ਼ੁੱਧ ਸੋਨੇ ਨਾਲੋਂ ਜ਼ਿਆਦਾ ਕੀਮਤੀ ਹਨ। ਪਾਣੀ ਨਾਲ ਭਰਪੂਰ ਥਾਵਾਂ ਤੇ ਲੋਕ ਇਸ ਦੀ ਕੀਮਤ ਦਾ ਅਹਿਸਾਸ ਨਹੀਂ ਕਰਦੇ ਹਨ। ਹਾਲਾਂਕਿ ਮੰਨ ਲਓ ਕਿ ਤੁਸੀਂ ਇੱਕ ਰੇਗਿਸਤਾਨ ਵਿੱਚ ਹੋ ਜਿੱਥੇ ਪਾਣੀ ਦੀ ਇੱਕ ਬੂੰਦ ਵੀ ਤੁਹਾਡੀ ਜਾਨ ਬਚਾ ਸਕਦੀ ਸੀ। ਭਾਵੇਂ ਦੁਨੀਆ ਦੇ ਸਭ ਤੋਂ ਕੀਮਤੀ ਖਜ਼ਾਨੇ ਤੁਹਾਨੂੰ ਭੇਟ ਕੀਤੇ ਜਾਣ, ਪਰ ਤੁਸੀਂ ਕਦੇ ਵੀ ਉਹਨਾਂ ਲਈ ਇੱਕ ਘੁੱਟ ਪਾਣੀ ਦਾ ਵਪਾਰ ਨਹੀਂ ਕਰੋਗੇ। ਸਾਰੇ ਲੋਕੋ, ਉਸ ਸਮੇਂ ਜਦੋਂ ਅਸੀਂ ਸਵਰਗ ਵਿੱਚ ਪ੍ਰਵੇਸ਼ ਕਰਾਂਗੇ, ਅਸੀਂ ਪਰਮੇਸ਼ਵਰ ਦੇ ਵਚਨਾਂ ਦੇ ਸੱਚੇ ਸਾਰ ਅਤੇ ਸੱਚਾਈ ਨੂੰ ਮਹਿਸੂਸ ਕਰਾਂਗੇ। ਜਦੋਂ ਤੱਕ ਅਸੀਂ ਇਸ ਧਰਤੀ ਤੇ ਹਾਂ, ਕਿਰਪਾ ਕਰਕੇ ਉਹਨਾਂ ਨੂੰ ਅਯੋਗ ਨਾ ਸਮਝੋ। ਕੁਝ ਲੋਕ ਸ਼ਾਇਦ ਸੋਚ ਸਕਦੇ ਹਨ, ਸਬਤ ਦੇ ਦਿਨ ਸ਼ਨੀਵਾਰ ਅਤੇ ਐਤਵਾਰ ਦੀ ਆਰਾਧਨਾ ਵਿਚਕਾਰ ਸਿਰਫ ਇੱਕ ਦਿਨ ਦਾ ਫਰਕ ਹੈ। ਕੀ ਇਹ ਮਾਇਨੇ ਰੱਖਦਾ ਹੈ? ਹਾਲਾਂਕਿ ਜਦੋਂ ਅਸੀਂ ਸਵਰਗ ਅਤੇ ਨਰਕ ਵਿਚਕਾਰ ਚੁਰਾਹੇ ਤੇ ਹੋਵਾਂਗੇ ਅਤੇ ਪਰਮੇਸ਼ਵਰ ਦੇ ਨਿਆਂ ਦੇ ਸਿੰਘਾਸਨ ਦੇ ਸਾਹਮਣੇ ਖੜੇ ਹੋਵਾਂਗੇ, ਤਾਂ ਹੀ ਅਸੀਂ ਪਹਿਚਾਣ ਸਕਾਂਗੇ ਕਿ ਕਿਹੜਾ ਦਿਨ ਕੀਮਤੀ ਹੈ। ਹਾਲਾਂਕਿ ਉਦੋਂ ਤੱਕ ਵਾਪਸ ਮੁੜਨ ਵਿੱਚ ਬਹੁਤ ਦੇਰ ਹੋ ਚੁੱਕੀ ਹੋਵੇਗੀ। ਇਸ ਲਈ ਹੁਣ ਸਾਨੂੰ ਪਰਮੇਸ਼ਵਰ ਦੇ ਹੁਕਮਾਂ ਨੂੰ ਮਹੱਤਵ ਦੇਣਾ ਚਾਹੀਦਾ ਹੈ ਅਤੇ ਉਹਨਾਂ ਦਾ ਆਦਰ ਕਰਨਾ ਚਾਹੀਦਾ ਹੈ, ਅਤੇ ਸਾਨੂੰ ਹਮੇਸ਼ਾ ਯਾਦ ਰੱਖਣਾ ਚਾਹੀਦਾ ਹੈ ਕਿ ਹੁਣ ਮੌਕੇ ਦਾ ਸਮਾਂ ਹੈ। ਸਬਤ ਦੇ ਦਿਨ ਬਾਰੇ ਲੋਕ ਸ਼ਾਇਦ ਕਹਿ ਸਕਦੇ ਹਨ ਕਿ ਇਹ ਵਧੀਆ ਨਹੀਂ ਹੋਵੇਗਾ ਕਿ ਉਸ ਦਿਨ ਨੂੰ ਕੁਝ ਹੋਰ ਮਜ਼ੇਦਾਰ ਕੰਮਾਂ ਵਿੱਚ ਬਤੀਤ ਕੀਤਾ ਜਾਵੇ।
ਪਰ ਦਾਊਦ ਨੇ ਪਰਮੇਸ਼ਵਰ ਦੇ ਹੁਕਮਾਂ ਲਈ ਕਿਵੇਂ ਵਿਚਾਰ ਕੀਤਾ? 계명의 그 가치를 ਉਸ ਦਾ ਮੰਨਣਾ ਸੀ ਕਿ ਉਹ ਸ਼ੁੱਧ ਸੋਨੇ ਨਾਲੋਂ ਵੱਡੀ ਹੈ, 귀한 것이고 더 가치 있는 것이라고 했습니다. ਕਿਉਂਕਿ ਦਾਊਦ ਕੋਲ ਅਜਿਹੀ ਸਮਝ ਸੀ। ਇਸ ਲਈ ਪਰਮੇਸ਼ਵਰ ਨੇ ਉਸ ਨੂੰ ਮੇਰੇ ਮਨ ਅਨੁਸਾਰ ਮਨੁੱਖ ਕਿਹਾ, ਹੈ ਨਾ? 합한 자라 그렇게 평하지 않았습니까? ਆਓ ਅਸੀਂ ਬਿਵਸਥਾ ਸਾਰ ਅਧਿਆਇ 8 ਉੱਤੇ ਜਾਈਏ। 우리가 지금 ਹੁਣ ਅਸੀਂ ਜਿਸ ਚੀਜ਼ ਦਾ ਵੀ ਪਿੱਛਾ ਕਰ ਰਹੇ ਹਾਂ ਉਹ ਸਾਡੇ ਭਵਿੱਖ ਲਈ ਹੈ। 우리들을 위한 일들입니다. ਇਹ ਯਤਨ ਸਾਡੀਆਂ ਆਸ਼ੀਸ਼ਾਂ ਅਤੇ ਖੁਸ਼ੀ ਲਈ ਹਨ। 일들이기 때문에 ਇਸ ਲਈ ਸਾਨੂੰ ਵਰਤਮਾਨ ਪਲ ਤੇ ਧਿਆਨ ਨਹੀਂ ਦੇਣਾ ਚਾਹੀਦਾ, ਪਰ ਸਵਰਗ ਵੱਲ ਧਿਆਨ ਦੇਣਾ ਚਾਹੀਦਾ ਹੈ। 천국을 생각하면서 ਅਜਿਹਾ ਕਰਨ ਨਾਲ ਸਾਨੂੰ ਪਰਮੇਸ਼ਵਰ ਦੇ ਹੁਕਮਾਂ ਨੂੰ ਮਹੱਤਵ ਦੇਣਾ ਚਾਹੀਦਾ ਹੈ। 우리 모두가 되어야 되겠습니다. ਬਿਵਸਥਾ ਸਾਰ ਅਧਿਆਇ 8 ਵਚਨ 1। 내가 오늘 ਇਹ ਸਾਰਾ ਹੁਕਮਨਾਮਾ ਜਿਹੜਾ ਮੈਂ ਅੱਜ ਤੁਹਾਨੂੰ ਦਿੰਦਾ ਹਾਂ ਉਸ ਨੂੰ ਪੂਰਾ ਕਰਨ ਦੀ ਪਾਲਣਾ ਕਰੋ ਤਾਂ ਜੋ ਤੁਸੀਂ ਕੀ ਹੋਵੋ, 어떻게 된다고요? ਜਿਉਂਦੇ ਰਹੋ ਅਤੇ ਵਧੋ ਅਤੇ ਤੁਸੀਂ ਜਾ ਕੇ ਉਸ ਧਰਤੀ ਉੱਤੇ ਕਬਜ਼ਾ ਕਰੋ ਜਿਹਦੀ ਸਹੁੰ ਯਹੋਵਾ ਨੇ ਤੁਹਾਡੇ ਪਿਓ ਦਾਦਿਆਂ ਨਾਲ ਖਾਧੀ ਸੀ। 열조에게 맹세하신 땅에 들어가 그것을 얻으리라. ਤੁਸੀਂ ਉਸ ਸਾਰੇ ਰਸਤੇ ਨੂੰ ਯਾਦ ਰੱਖੋ ਜਿਹਦੇ ਵਿੱਚ ਯਹੋਵਾ ਤੁਹਾਡਾ ਪਰਮੇਸ਼ੁਰ ਤੁਹਾਨੂੰ 40 ਵਰ੍ਹੇ ਉਜਾੜ ਦੇ ਵਿੱਚ ਲਈ ਫਿਰਦਾ ਰਿਹਾ ਤਾਂ ਜੋ ਉਹ ਤੁਹਾਨੂੰ ਅਧੀਨ ਕਰੇ ਅਤੇ ਪਰਖੇ ਅਤੇ ਜਾਣੋ ਪਈ ਤੁਹਾਡੇ ਮਨ ਵਿੱਚ ਕੀ ਹੈ, ਅਰਥਾਤ ਕਿ ਤੁਸੀਂ ਉਸ ਦੇ ਹੁਕਮਾਂ ਉੱਤੇ ਚੱਲੋਗੇ ਵੀ ਕਿ ਨਹੀਂ। 지키는지 알려 하심이더라 하고 했습니다. ਤੂੰ ਪਰਮੇਸ਼ਵਰ ਦੇ ਹੁਕਮਾਂ ਦਾ ਪਾਲਣ ਕਰੇਗਾ ਜਾਂ ਨਹੀਂ? ਇਸ ਵਚਨ ਬਾਰੇ ਲੋਕ ਸ਼ਾਇਦ ਸੋਚਣ ਕਿ ਇਹ ਜ਼ਰੂਰੀ ਹੈ। 뭐 그리 대단할까 소중할까? ਜੇਕਰ ਇਹ ਸ਼ਨੀਵਾਰ ਜਾਂ ਐਤਵਾਰ, ਸਾਹ ਜਾਂ ਕ੍ਰਿਸਮਸ ਹੈ ਤਾਂ ਇਸ ਨਾਲ ਕੀ ਫਰਕ ਪੈਂਦਾ ਹੈ? 크리스마스면 어떠랴? ਬਹੁਤ ਸਾਰੇ ਲੋਕ ਅਜਿਹਾ ਸੋਚ ਸਕਦੇ ਹਨ, ਪਰ ਪਰਮੇਸ਼ਵਰ ਕੀ ਕਹਿੰਦੇ ਹਨ? 하나님께서는 ਹਾਲਾਂਕਿ ਇਸ ਪਲ ਦੀਆਂ ਚੀਜ਼ਾਂ ਜ਼ਰੂਰੀ ਹਨ, ਪਰ ਜਦੋਂ ਪਰਮੇਸ਼ਵਰ ਸਾਨੂੰ ਸਦੀਪਕ ਵਿਰਾਸਤ ਦਿੰਦੇ ਹਨ ਤਾਂ ਸਾਨੂੰ ਜਿਸ ਚੀਜ਼ ਦੀ ਸਭ ਤੋਂ ਵੱਧ ਲੋੜ ਹੁੰਦੀ ਹੈ ਉਹ ਹੈ ਪਰਮੇਸ਼ਵਰ ਦੇ ਹੁਕਮ। 유업을 주시려는 바로 그 순간에 가장 필요한 것이 이 하나님의 ਜਦੋਂ ਅਸੀਂ ਆਤਮਿਕ ਜੰਗਲ ਵਿੱਚ ਚੱਲਦੇ ਹਾਂ ਤਾਂ ਪਰਮੇਸ਼ਵਰ ਹਰ ਪਲ ਸਾਨੂੰ ਆਪਣੇ ਹੁਕਮਾਂ ਦੀ ਮਹੱਤਤਾ ਸਿਖਾਉਂਦੇ ਹਨ। ਉਹਨਾਂ ਦੀਆਂ ਸਾਰੀਆਂ ਸਿੱਖਿਆਵਾਂ ਸਾਨੂੰ ਦੱਸਦੀਆਂ ਹਨ ਕਿ ਕੀ ਜ਼ਿਆਦਾ ਮਹੱਤਵਪੂਰਨ ਹੈ ਅਤੇ ਕੀ ਘੱਟ ਮਹੱਤਵਪੂਰਨ ਹੈ। 무엇이 덜 중요한가를 깨닫게 해주시는 ਇਸ ਲਈ ਇਹ ਲਿਖਿਆ ਗਿਆ ਹੈ, ਪਰਮੇਸ਼ਵਰ ਨੇ ਇਹ ਜਾਣਨ ਲਈ ਤੁਹਾਡੀ ਪ੍ਰੀਖਿਆ ਕੀਤੀ ਕਿ ਤੁਹਾਡੇ ਮਨ ਵਿੱਚ ਕੀ ਹੈ ਕਿ ਤੁਸੀਂ ਉਸ ਦੇ ਹੁਕਮਾਂ ਦਾ ਪਾਲਣ ਕਰੋਗੇ ਜਾਂ ਨਹੀਂ। 너에게 항상 그런 어떤 상황을 시험하심이라고 63 ਸਾਨੂੰ ਵੱਖ-ਵੱਖ ਸਥਿਤੀਆਂ ਵਿੱਚ ਰੱਖਣ ਲਈ ਹੈ 주시는 겁니다. ਕਿ ਉਹ ਇਸ ਸਥਿਤੀ ਵਿੱਚ ਪਰਮੇਸ਼ਵਰ ਦੇ ਹੁਕਮਾਂ ਦਾ ਪਾਲਣਾ ਕਰਦੇ ਹਨ ਜਾਂ ਨਹੀਂ। 따라오는가 따라오지 않는가, 지키는가 지키지 아니하는가. ਸਾਰੇ ਲੋਕੋ, ਜੇ ਅਸੀਂ ਕਿਸੇ ਵੀ ਸਥਿਤੀ ਵਿੱਚ ਪਰਮੇਸ਼ਵਰ ਦੇ ਹੁਕਮਾਂ ਦੀ ਉਲੰਘਣਾ ਕਰਦੇ ਹਾਂ ਤਾਂ ਸਾਨੂੰ ਇਸ ਦਾ ਪਛਤਾਵਾ ਹੋਵੇਗਾ। 후회하게 됩니다. ਆਓ ਬਿਵਸਥਾ ਸਾਰ ਅਧਿਆਇ 8 ਵਚਨ 6 ਨਾਲ ਜਾਰੀ ਰੱਖੀਏ। ਸਾਨੂੰ ਕੀ ਕਰਨਾ ਚਾਹੀਦਾ ਹੈ? ਤੁਸੀਂ ਯਹੋਵਾ ਆਪਣੇ ਪਰਮੇਸ਼ੁਰ ਦੇ ਹੁਕਮਾਂ ਦੀ ਪਾਲਣਾ ਕਰੋ ਤਾਂ ਜੋ ਉਸ ਦੇ ਰਾਹਾਂ ਉੱਤੇ ਚੱਲੋ ਅਤੇ ਉਸ ਤੋਂ ਡਰਦੇ ਰਹੋ। ਆਓ ਅਸੀਂ ਵਚਨ 11 ਵੱਲ ਵਧੀਏ। ਸਾਨੂੰ ਹੋਰ ਕੀ ਕਰਨਾ ਚਾਹੀਦਾ ਹੈ? ਚੌਕਸ ਰਹੋ ਮਤੇ ਤੁਸੀਂ ਯਹੋਵਾ ਆਪਣੇ ਪਰਮੇਸ਼ੁਰ ਨੂੰ ਵਿਸਰ ਜਾਓ ਅਤੇ ਉਸ ਦੇ ਹੁਕਮਾਂ, ਕਾਨੂੰਨਾਂ ਅਤੇ ਵਿਧੀਆਂ ਨੂੰ ਜਿਨ੍ਹਾਂ ਦਾ ਮੈਂ ਅੱਜ ਤੁਹਾਨੂੰ ਹੁਕਮ ਦਿੰਦਾ ਹਾਂ ਨਾ ਮੰਨੋ। 조심하라 하고 했습니다. 삼갈지어다 하고 했습니다. ਬਾਈਬਲ ਸਾਨੂੰ ਸਿਖਾਉਂਦੀ ਹੈ, ਸਾਵਧਾਨ ਰਹੋ ਕਿਤੇ ਅਜਿਹਾ ਨਾ ਹੋਵੇ ਕਿ ਤੁਸੀਂ ਪਰਮੇਸ਼ਵਰ ਦੀ ਵਿਵਸਥਾ ਨੂੰ ਭੁੱਲ ਜਾਓ। ਜੇਕਰ ਅਸੀਂ ਉਦਾਹਰਣ ਦੇ ਤੌਰ ਤੇ ਪਾਣੀ ਲਈਏ ਤਾਂ ਇਹ ਕਹਿਣ ਵਾਂਗ ਹੈ, ਇਸ ਸਮੇਂ ਤੁਹਾਨੂੰ ਪਾਣੀ ਦੀ ਕੀਮਤ ਦਾ ਅਹਿਸਾਸ ਨਹੀਂ ਹੋ ਸਕਦਾ ਹੈ, ਪਰ ਰੇਗਿਸਤਾਨ ਵਿੱਚ ਇਹ ਤੁਹਾਡੇ ਜੀਵਨ ਨਾਲੋਂ ਜ਼ਿਆਦਾ ਕੀਮਤੀ ਹੈ। ਜਿਸ ਦਿਨ ਅਸੀਂ ਸਵਰਗ ਦੇ ਰਾਜ ਵਿੱਚ ਪ੍ਰਵੇਸ਼ ਕਰਾਂਗੇ, ਪਰਮੇਸ਼ਵਰ ਸਾਨੂੰ ਹੁਣ ਤੱਕ ਉਹਨਾਂ ਦੇ ਹੁਕਮਾਂ ਦੀ ਪਾਲਣਾ ਕਰਨ ਦੀ ਕੀਮਤ ਦਾ ਅਹਿਸਾਸ ਕਰਨ ਦੇਣਗੇ। ਬਿਨਾਂ ਕੁਝ ਕਹੇ ਹੀ ਅਸੀਂ ਇਸ ਦਾ ਕਾਰਨ ਸਪਸ਼ਟ ਰੂਪ ਨਾਲ ਸਮਝ ਜਾਵਾਂਗੇ। ਆਓ ਅਸੀਂ ਮੱਤੀ ਅਧਿਆਇ 28 ਉੱਤੇ ਜਾਈਏ। ਲੋਕ ਪਰਮੇਸ਼ਵਰ ਦੇ ਹੁਕਮਾਂ ਨੂੰ ਮਹੱਤਵਪੂਰਨ ਨਹੀਂ ਮੰਨਦੇ, ਪਰ ਸਾਨੂੰ ਉਹਨਾਂ ਦੇ ਉਦਾਹਰਣ ਦਾ ਪਾਲਣ ਕਰਨ ਦੀ ਲੋੜ ਨਹੀਂ ਹੈ। ਸਾਨੂੰ ਪਰਮੇਸ਼ਵਰ ਦੀਆਂ ਸਿੱਖਿਆਵਾਂ ਦਾ ਪਾਲਣ ਕਰਨਾ ਚਾਹੀਦਾ ਹੈ ਅਤੇ ਪਰਮੇਸ਼ਵਰ ਉੱਤੇ ਭਰੋਸਾ ਕਰਨਾ ਚਾਹੀਦਾ ਹੈ ਨਾ? ਮੱਤੀ ਅਧਿਆਇ 28। ਆਓ ਅਧਿਆਇ 28 ਵਚਨ 18 ਦੇਖੀਏ। ਅਤੇ ਯਿਸੂ ਨੇ ਕੋਲ ਆਣ ਕੇ ਉਹਨਾਂ ਨਾਲ ਗੱਲਾਂ ਕੀਤੀਆਂ ਅਤੇ ਆਖਿਆ, ਆਕਾਸ਼ ਅਤੇ ਧਰਤੀ ਦਾ ਸਾਰਾ ਇਖਤਿਆਰ ਮੈਨੂੰ ਦਿੱਤਾ ਗਿਆ ਹੈ। ਇਸ ਲਈ ਤੁਸਾਂ ਜਾ ਕੇ ਸਾਰੀਆਂ ਕੌਮਾਂ ਨੂੰ ਚੇਲੇ ਬਣਾਓ ਅਤੇ ਉਹਨਾਂ ਨੂੰ ਪਿਤਾ ਅਤੇ ਪੁੱਤਰ ਅਤੇ ਪਵਿੱਤਰ ਆਤਮਾ ਦੇ ਨਾਮ ਵਿੱਚ ਬਪਤਿਸਮਾ ਦਿਓ ਅਤੇ ਉਹਨਾਂ ਨੂੰ ਸਿਖਾਓ। ਭਈ ਸਾਨੂੰ ਉਹਨਾਂ ਨੂੰ ਕੀ ਕਰਨਾ ਸਿਖਾਉਣਾ ਚਾਹੀਦਾ ਹੈ? ਉਹਨਾਂ ਸਾਰੀਆਂ ਗੱਲਾਂ ਦੀ ਪਾਲਣਾ ਕਰਨ ਜਿਨ੍ਹਾਂ ਦਾ ਮੈਂ ਤੁਹਾਨੂੰ ਹੁਕਮ ਦਿੱਤਾ ਹੈ।
ਆਪਣੇ ਅੰਤਿਮ ਪਲਾਂ ਤੇ ਵੀ ਉਹਨਾਂ ਨੇ ਸਾਨੂੰ ਬੇਨਤੀ ਕੀਤੀ ਕਿ ਅਸੀਂ ਉਹਨਾਂ ਦੀਆਂ ਸਿੱਖਿਆਵਾਂ ਨੂੰ ਨਾ ਭੁੱਲੀਏ। ਫਿਰ ਉਹਨਾਂ ਨੇ ਕਿਹਾ, ਜਾਓ ਅਤੇ ਸਾਰੀਆਂ ਕੌਮਾਂ ਨੂੰ ਚੇਲੇ ਬਣਾਓ ਅਤੇ ਉਹਨਾਂ ਨੂੰ ਉਹਨਾਂ ਸਾਰੀਆਂ ਗੱਲਾਂ ਨੂੰ ਮੰਨਣਾ ਸਿਖਾਓ ਜਿਨ੍ਹਾਂ ਦਾ ਮੈਂ ਤੁਹਾਨੂੰ ਹੁਕਮ ਦਿੱਤਾ ਹੈ। ਉਹਨਾਂ ਨੇ ਸਾਨੂੰ ਸਵਰਗ ਦੇ ਰਾਜ ਦੀਆਂ ਗੱਲਾਂ ਸਿਖਾਈਆਂ, ਜਿੱਥੇ ਅਸੀਂ ਸਦਾ ਲਈ ਰਹਾਂਗੇ, ਨਾ ਕਿ ਇਸ ਧਰਤੀ ਦੀਆਂ ਸਿਰਫ ਅਸਥਾਈ ਗੱਲਾਂ। ਪਰਮੇਸ਼ਵਰ ਇਸ ਧਰਤੀ ਤੇ ਸਵਰਗੀ ਚੀਜ਼ਾਂ ਦਾ ਅਭਿਆਸ ਕਰਨ ਅਤੇ ਉਹਨਾਂ ਦਾ ਪਾਲਣ ਕਰਨ ਲਈ ਸਾਡੀ ਅਗਵਾਈ ਕਰਦੇ ਹਨ। ਮੱਤੀ ਅਧਿਆਇ 28 ਵਿੱਚ ਯਿਸੂ ਨੇ ਸਾਨੂੰ ਇਹ ਕਹਿੰਦੇ ਹੋਏ ਇੱਕ ਮਿਸ਼ਨ ਦਿੱਤਾ, ਸਾਰੀਆਂ ਕੌਮਾਂ ਨੂੰ ਸਭ ਕੁਝ ਜੋ ਮੈਂ ਤੁਹਾਨੂੰ ਹੁਕਮ ਦਿੱਤਾ ਹੈ ਮੰਨਣਾ ਸਿਖਾਓ। ਉਹਨਾਂ ਦੀਆਂ ਸਿੱਖਿਆਵਾਂ ਵਿੱਚੋਂ ਆਓ ਅਸੀਂ ਪਸਾਹ ਉੱਤੇ ਇੱਕ ਨਜ਼ਰ ਪਾਈਏ। ਮੱਤੀ ਅਧਿਆਇ 26। ਆਓ ਅਸੀਂ ਮੱਤੀ ਅਧਿਆਇ 26 ਵਚਨ 17 ਉੱਤੇ ਇੱਕ ਨਜ਼ਰ ਪਾਈਏ। ਪਤੀਰੀ ਰੋਟੀ ਦੇ ਤਿਉਹਾਰ ਦੇ ਪਹਿਲੇ ਦਿਨ ਚੇਲਿਆਂ ਨੇ ਯਿਸੂ ਕੋਲ ਆਣ ਕੇ ਆਖਿਆ, ਤੂੰ ਕਿੱਥੇ ਚਾਹੁੰਦਾ ਹੈ ਜੋ ਅਸੀਂ ਤੇਰੇ ਖਾਣ ਲਈ ਪਸਾਹ ਤਿਆਰ ਕਰੀਏ? ਤਾਂ ਉਹਨੇ ਕਿਹਾ, ਸ਼ਹਿਰ ਵਿੱਚ ਫਲਾਣੇ ਕੋਲ ਜਾ ਕੇ ਉਹਨੂੰ ਕਹੋ, ਭਈ ਗੁਰੂ ਆਖਦਾ ਹੈ, ਮੇਰਾ ਵੇਲਾ ਨੇੜੇ ਆ ਗਿਆ। ਮੈਂ ਆਪਣੇ ਚੇਲਿਆਂ ਨਾਲ ਤੇਰੇ ਘਰ ਪਸਾਹ ਦਾ ਤਿਉਹਾਰ ਕਰਾਂਗਾ। ਚੇਲਿਆਂ ਨੇ ਜਿਸ ਤਰ੍ਹਾਂ ਯਿਸੂ ਨੇ ਉਹਨਾਂ ਨੂੰ ਹੁਕਮ ਦਿੱਤਾ ਸੀ ਉਸੇ ਤਰ੍ਹਾਂ ਕੀਤਾ ਅਤੇ ਪਸਾਹ ਤਿਆਰ ਕੀਤੀ। ਇਸ ਸਮੇਂ ਤੱਕ ਯਹੂਦੀਆਂ ਨੇ ਲੇਲਿਆਂ ਅਤੇ ਬੱਕਰੀਆਂ ਨੂੰ ਕੱਟ ਕੇ ਪਸਾਹ ਮਨਾਇਆ ਸੀ, ਪਰ ਯਿਸੂ ਨੇ ਰੋਟੀ ਅਤੇ ਦਾਖਰਸ ਨਾਲ ਪਸਾਹ ਤਿਆਰ ਕੀਤਾ। ਅਸੀਂ ਇਸ ਗੱਲ ਨੂੰ ਚੰਗੀ ਤਰ੍ਹਾਂ ਜਾਣਦੇ ਹਾਂ ਕਿ ਉਹਨਾਂ ਨੇ ਪਸਾਹ ਨੂੰ ਕਿਵੇਂ ਤਿਆਰ ਕੀਤਾ ਅਤੇ ਇਸ ਨੂੰ ਕਿਵੇਂ ਮਨਾਇਆ, ਪਰ ਅੱਜ ਆਓ ਅਸੀਂ ਇਸ ਬਾਰੇ ਇੱਕ ਵਾਰ ਫਿਰ ਵਿਚਾਰ ਕਰੀਏ। ਆਓ ਅਸੀਂ ਵਚਨ 26 ਉੱਤੇ ਜਾਈਏ। ਆਓ ਅਸੀਂ ਵਚਨ 26 ਉੱਤੇ ਇੱਕ ਨਜ਼ਰ ਪਾਈਏ। ਜਦ ਉਹ ਖਾ ਰਹੇ ਸਨ ਤਦ ਯਿਸੂ ਨੇ ਰੋਟੀ ਲਈ ਅਤੇ ਬਰਕਤ ਦੇ ਕੇ ਤੋੜੀ ਅਰ ਚੇਲਿਆਂ ਨੂੰ ਦੇ ਕੇ ਆਖਿਆ, ਲਓ ਖਾਓ, ਇਹ ਮੇਰਾ ਸਰੀਰ ਹੈ। ਫਿਰ ਉਹਨੇ ਪਿਆਲਾ ਲੈ ਕੇ ਸ਼ੁਕਰ ਕੀਤਾ ਅਤੇ ਉਹਨਾਂ ਨੂੰ ਦੇ ਕੇ ਆਖਿਆ, ਤੁਸੀਂ ਸਾਰੇ ਇਸ ਵਿੱਚੋਂ ਪੀਓ, ਕਿਉਂ ਜੋ ਨੇਮ ਦਾ ਇਹ ਮੇਰਾ ਉਹ ਲਹੂ ਹੈ ਜਿਹੜਾ ਬਹੁਤਿਆਂ ਦੀ ਖਾਤਰ ਪਾਪਾਂ ਦੀ ਮਾਫੀ ਦੇ ਲਈ ਵਹਾਇਆ ਜਾਂਦਾ ਹੈ। ਪਸਾਹ ਦੀ ਰੋਟੀ ਮਸੀਹ ਦੇ ਸਰੀਰ ਨੂੰ ਦਰਸਾਉਂਦੀ ਹੈ ਅਤੇ ਪਸਾਹ ਦਾ ਦਾਖਰਸ ਉਸ ਦੇ ਲਹੂ ਨੂੰ ਦਰਸਾਉਂਦਾ ਹੈ। ਉਹਨਾਂ ਨੇ ਕਿਹਾ, ਕਿਉਂ ਜੋ ਨੇਮ ਦਾ ਇਹ ਮੇਰਾ ਉਹ ਲਹੂ ਹੈ ਜਿਹੜਾ ਬਹੁਤਿਆਂ ਦੀ ਖਾਤਰ ਪਾਪਾਂ ਦੀ ਮਾਫੀ ਦੇ ਲਈ ਵਹਾਇਆ ਜਾਂਦਾ ਹੈ। ਉਹਨਾਂ ਨੇ ਉਹਨਾਂ ਲੋਕਾਂ ਬਾਰੇ ਕੀ ਕਿਹਾ ਜਿਨ੍ਹਾਂ ਨੇ ਉਹਨਾਂ ਦੇ ਮਾਂਸ ਅਤੇ ਲਹੂ ਵਿੱਚ ਹਿੱਸਾ ਨਹੀਂ ਲਿਆ? ਉਹਨਾਂ ਕੋਲ ਕੋਈ ਜੀਵਨ ਨਹੀਂ ਹੈ, ਜਦਕਿ ਜੋ ਉਸ ਵਿੱਚ ਹਿੱਸਾ ਲੈਂਦੇ ਹਨ ਉਹਨਾਂ ਕੋਲ ਸਦੀਪਕ ਜੀਵਨ ਹੈ। ਪਰਮੇਸ਼ਵਰ ਨੇ ਦੋਨਾਂ ਵਿਚਕਾਰ ਅਜਿਹਾ ਅੰਤਰ ਕੀਤਾ ਹੈ। ਕੁਝ ਲੋਕ ਕਹਿੰਦੇ ਹਨ, ਭਾਵੇਂ ਮੈਂ ਪਸਾਹ ਨਾ ਮਨਾਵਾਂ ਤਾਂ ਵੀ ਮੈਂ ਚੰਗੀ ਤਰ੍ਹਾਂ ਰਹਿੰਦਾ ਹਾਂ, ਮੈਂ ਮੁਸ਼ਕਿਲਾਂ ਤੇ ਕਾਬੂ ਪਾ ਸਕਦਾ ਹਾਂ। ਹਾਲਾਂਕਿ ਇਸ ਯੁੱਗ ਵਿੱਚ ਪਰਮੇਸ਼ਵਰ ਦਾ ਸਾਨੂੰ ਪਸਾਹ ਦੇਣ ਦਾ ਕਾਰਨ ਇਹ ਹੈ ਕਿ ਅਜਿਹੀਆਂ ਘਟਨਾਵਾਂ ਹੋਣਗੀਆਂ ਜਿਨ੍ਹਾਂ ਵਿੱਚ ਮਨੁੱਖਜਾਤੀ ਨੂੰ ਪਸਾਹ ਦੀ ਲੋੜ ਹੋਵੇਗੀ। ਅੱਜ ਜੋ ਅਣਜਾਣ ਹਨ ਉਹ ਲਾਪਰਵਾਹੀ ਨਾਲ ਬੋਲਦੇ ਹਨ, ਪਰ ਪਰਮੇਸ਼ਵਰ ਦੇ ਹੁਕਮਾਂ ਦਾ ਆਪਣਾ ਜ਼ਰੂਰੀ ਉਦੇਸ਼ ਅਤੇ ਅਮਲ ਕਰਨ ਦਾ ਸਮਾਂ ਹੈ। ਸ਼ੁਰੂ ਤੋਂ ਲੈ ਕੇ ਅੰਤ ਤੱਕ ਪਰਮੇਸ਼ਵਰ ਨੇ ਸਭ ਕੁਝ ਪਹਿਲਾਂ ਹੀ ਦੇਖਿਆ ਅਤੇ ਕਿਹਾ, ਉਹਨਾਂ ਨੂੰ ਉਹ ਸਭ ਮੰਨਣਾ ਸਿਖਾਓ ਜਿਸ ਦਾ ਮੈਂ ਤੁਹਾਨੂੰ ਹੁਕਮ ਦਿੱਤਾ ਹੈ। ਅਸੀਂ ਇਸ ਦਰਿਸ਼ ਨੂੰ ਮੱਤੀ ਅਧਿਆਇ 28 ਵਿੱਚ ਉੱਥੇ ਪਾ ਸਕਦੇ ਹਾਂ ਜਿੱਥੇ ਉਹਨਾਂ ਨੇ ਇਸ ਉੱਤੇ ਜ਼ੋਰ ਦਿੱਤਾ। ਪਸਾਹ ਦੇ ਦਿਨ ਯਿਸੂ ਨੇ ਪਸਾਹ ਦੀ ਰੋਟੀ ਅਤੇ ਦਾਖਰਸ ਨਾਲ ਇੱਕ ਨੇਮ ਸਥਾਪਿਤ ਕੀਤਾ ਜਿਸ ਦੁਆਰਾ ਮਨੁੱਖਜਾਤੀ ਨੂੰ ਉਹਨਾਂ ਦੇ ਪਾਪਾਂ ਦੀ ਮਾਫੀ ਦਿੱਤੀ ਜਾ ਸਕਦੀ ਹੈ ਅਤੇ ਉਹ ਸਵਰਗ ਵਿੱਚ ਪ੍ਰਵੇਸ਼ ਕਰ ਸਕਦੇ ਹਨ। ਤੁਸੀਂ ਸੋਚ ਸਕਦੇ ਹੋ ਕਿ ਪਸਾਹ ਮਨਾਉਣ ਵਾਲਿਆਂ ਅਤੇ ਨਾ ਮੰਨਣ ਵਾਲਿਆਂ ਵਿਚਕਾਰ ਕੋਈ ਵੱਡਾ ਫਰਕ ਨਹੀਂ ਹੈ। ਹਾਲਾਂਕਿ ਜਦੋਂ ਅਸੀਂ ਸਵਰਗ ਦੇ ਰਾਜ ਵਿੱਚ ਪ੍ਰਵੇਸ਼ ਕਰਦੇ ਹਾਂ ਤਾਂ ਕੋਈ ਵੀ ਪਸਾਹ ਦੇ ਮਸੀਹ ਦੇ ਲਹੂ ਤੋਂ ਬਿਨਾਂ ਉਸ ਤੋਂ ਨਹੀਂ ਲੰਘ ਸਕਦਾ ਹੈ। ਅਜਿਹਾ ਇਸ ਲਈ ਹੈ ਕਿਉਂਕਿ ਪਰਮੇਸ਼ਵਰ ਨੇ ਪਾਪਾਂ ਦੀ ਮਾਫੀ ਲਈ ਮਸੀਹ ਦੇ ਲਹੂ ਰਾਹੀਂ ਨੇਮ ਦੀ ਸਥਾਪਨਾ ਕੀਤੀ। ਸਵਰਗ ਦਾ ਰਾਜ ਪਾਪੀਆਂ ਲਈ ਨਹੀਂ ਹੈ। ਇਹ ਇੱਕ ਅਜਿਹੀ ਜਗ੍ਹਾ ਹੈ ਜਿੱਥੇ ਪਾਪ ਨਹੀਂ ਹੋਣਾ ਚਾਹੀਦਾ ਹੈ। ਲਿਖਿਆ ਹੋਇਆ ਹੈ ਕਿ ਪਾਪ ਦੀ ਮਜ਼ਦੂਰੀ ਮੌਤ ਹੈ। ਜਿਨ੍ਹਾਂ ਨੇ ਪਾਪ ਕੀਤਾ ਹੈ ਉਹ ਮੌਤ ਤੋਂ ਬਚ ਨਹੀਂ ਸਕਦੇ। ਸਵਰਗ ਕਿਸ ਪ੍ਰਕਾਰ ਦਾ ਸਥਾਨ ਹੈ? ਬਾਈਬਲ ਦੱਸਦੀ ਹੈ ਕਿ ਫਿਰ ਮੌਤ ਨਹੀਂ ਹੋਵੇਗੀ।
ਇਸ ਲਈ ਨਾਸ਼ਵਾਨ ਕਦੇ ਵੀ ਸਵਰਗ ਵਿੱਚ ਪ੍ਰਵੇਸ਼ ਨਹੀਂ ਕਰ ਸਕਦੇ। ਇਹ ਸਥਾਨ ਉਹਨਾਂ ਲਈ ਹੈ ਜਿਨ੍ਹਾਂ ਨੇ ਪਾਪਾਂ ਦੀ ਮਾਫੀ ਅਤੇ ਸਦੀਪਕ ਜੀਵਨ ਪ੍ਰਾਪਤ ਕੀਤਾ ਹੈ। ਕੀ ਸਵਰਗ ਉਹ ਥਾਂ ਨਹੀਂ ਹੈ ਜਿੱਥੇ ਅਜਿਹੇ ਲੋਕ ਪ੍ਰਵੇਸ਼ ਕਰ ਸਕਦੇ ਹਨ? ਸੱਚਾਈ ਦਾ ਨਿਯਮ ਕੀ ਹੈ ਜੋ ਮਨੁੱਖਜਾਤੀ ਨੂੰ ਸਵਰਗ ਵਿੱਚ ਲਿਆਉਣ ਲਈ ਸਥਾਪਿਤ ਕੀਤਾ ਗਿਆ ਸੀ? ਇਹ ਪਸਾਹ ਹੈ। ਪਸਾਹ ਦੇ ਅੰਦਰ ਕੀ ਹੈ? ਮੱਤੀ ਦੀ ਇੰਜੀਲ ਵਿੱਚ ਸਿਰਫ ਪਾਪਾਂ ਦੀ ਮਾਫੀ ਦਾ ਜ਼ਿਕਰ ਕੀਤਾ ਗਿਆ ਹੈ। ਯੂਹੰਨਾ ਦੀ ਇੰਜੀਲ ਅਧਿਆਇ 6 ਵਿੱਚ ਸਦੀਪਕ ਜੀਵਨ ਸ਼ਬਦ ਵਰਤਿਆ ਗਿਆ ਹੈ। ਕੀ ਅਜਿਹਾ ਇਸ ਲਈ ਨਹੀਂ ਹੈ ਕਿ ਜਦੋਂ ਅਸੀਂ ਪਾਪਾਂ ਦੀ ਮਾਫੀ ਪ੍ਰਾਪਤ ਕਰਦੇ ਹਾਂ ਤਾਂ ਸਦੀਪਕ ਜੀਵਨ ਵੀ ਦਿੱਤਾ ਜਾਵੇਗਾ? ਆਓ ਯੂਹੰਨਾ ਅਧਿਆਇ 6 ਵਚਨ 52 ਉੱਤੇ ਇੱਕ ਨਜ਼ਰ ਪਾਈਏ। ਆਓ ਅਸੀਂ ਵਚਨ 52 ਉੱਤੇ ਇੱਕ ਨਜ਼ਰ ਮਾਰੀਏ। ਇਸ ਲਈ ਯਹੂਦੀ ਆਪਸ ਵਿੱਚ ਇਹ ਕਹਿ ਕੇ ਬਹਿਸਣ ਲੱਗੇ, ਜੋ ਇਹ ਆਪਣਾ ਮਾਸ ਕਿੱਕਰ ਸਾਨੂੰ ਖਾਣ ਲਈ ਦੇ ਸਕਦਾ ਹੈ? ਤਦ ਯਿਸੂ ਨੇ ਉਹਨਾਂ ਨੂੰ ਆਖਿਆ, ਮੈਂ ਤੁਹਾਨੂੰ ਸੱਚ-ਸੱਚ ਆਖਦਾ ਹਾਂ, ਜੇ ਤੁਸੀਂ ਮਨੁੱਖ ਦੇ ਪੁੱਤਰ ਦਾ ਮਾਸ ਨਾ ਖਾਓ ਅਤੇ ਉਹਦਾ ਲਹੂ ਨਾ ਪੀਓ ਤਾਂ ਤੁਹਾਡੇ ਵਿੱਚ ਕੀ ਨਹੀਂ ਹੈ? ਜੀਵਨ ਨਹੀਂ ਹੈ। ਮਨੁੱਖ ਦੇ ਪੁੱਤਰ ਦਾ ਮਾਸ ਅਤੇ ਲਹੂ ਕਿਸ ਨੂੰ ਦਰਸਾਉਂਦਾ ਹੈ? ਪਸਾਹ ਦੇ ਦਿਨ ਯਿਸੂ ਨੇ ਇਹ ਕਹਿੰਦੇ ਹੋਏ ਰੋਟੀ ਅਤੇ ਦਾਖਰਸ ਦਿੱਤਾ, ਇਹ ਮੇਰਾ ਸਰੀਰ ਹੈ ਅਤੇ ਇਹ ਮੇਰਾ ਲਹੂ ਹੈ। ਕੀ ਉਹਨਾਂ ਨੇ ਇਹ ਨਹੀਂ ਸਮਝਾਇਆ ਕਿ ਪਸਾਹ ਦੀ ਰੋਟੀ ਅਤੇ ਦਾਖਰਸ ਉਹਨਾਂ ਦਾ ਮਾਸ ਅਤੇ ਲਹੂ ਹੈ? ਸਿਰਫ ਉਸ ਨੂੰ ਖਾਣ ਅਤੇ ਪੀਣ ਵਾਲਿਆਂ ਕੋਲ ਜੀਵਨ ਹੈ ਅਤੇ ਜੋ ਉਸ ਵਿੱਚ ਹਿੱਸਾ ਨਹੀਂ ਲੈਂਦੇ ਉਹਨਾਂ ਵਿੱਚ ਜੀਵਨ ਨਹੀਂ ਹੈ। ਕੀ ਇਸ ਦਾ ਮਤਲਬ ਇਹ ਨਹੀਂ ਕਿ ਉਹ ਮਰੇ ਹੋਏ ਹਨ? ਬਾਈਬਲ ਸਾਨੂੰ ਸਿਖਾਉਂਦੀ ਹੈ ਕਿ ਜਿਨ੍ਹਾਂ ਕੋਲ ਮਸੀਹ ਦਾ ਮਾਸ ਅਤੇ ਉਹਨਾਂ ਦਾ ਲਹੂ ਨਹੀਂ ਹੈ, ਉਹ ਮਰੇ ਹੋਏ ਹਨ। ਜੇ ਕੋਈ ਵਿਅਕਤੀ ਪਸਾਹ ਦਾ ਪਰਬ ਨਹੀਂ ਮਨਾਉਂਦਾ ਹੈ ਤਾਂ ਉਹ ਬਾਈਬਲ ਦਾ ਮਿਹਨਤ ਨਾਲ ਅਧਿਐਨ ਕਰਨ ਦੇ ਬਾਵਜੂਦ ਵੀ ਸਵਰਗ ਵਿੱਚ ਪ੍ਰਵੇਸ਼ ਨਹੀਂ ਕਰ ਸਕਦਾ। ਅਜਿਹਾ ਇਸ ਲਈ ਹੈ ਕਿਉਂਕਿ ਕੋਈ ਵੀ ਪਰਮੇਸ਼ਵਰ ਦੇ ਨੇਮ ਤੋਂ ਬਿਨਾਂ ਸਵਰਗ ਵਿੱਚ ਪ੍ਰਵੇਸ਼ ਨਹੀਂ ਕਰ ਸਕਦਾ ਹੈ। ਯਿਸੂ ਨੇ ਪਹਿਲਾਂ ਹੀ ਨਿਆਂ ਦੀ ਘੋਸ਼ਣਾ ਕਰ ਦਿੱਤੀ, ਤੁਹਾਡੇ ਕੋਲ ਜੀਵਨ ਨਹੀਂ। ਆਓ ਵਚਨ 54 ਵੇਖੀਏ। ਜੋ ਕੋਈ ਮੇਰਾ ਮਾਸ ਖਾਂਦਾ ਅਤੇ ਮੇਰਾ ਲਹੂ ਪੀਂਦਾ ਹੈ, ਜੋ ਪਸਾਹ ਦੀ ਰੋਟੀ ਖਾਂਦਾ ਅਤੇ ਪਸਾਹ ਦਾ ਦਾਖਰਸ ਪੀਂਦਾ ਹੈ, ਅਰਥਾਤ ਜੋ ਪਸਾਹ ਦਾ ਪਰਬ ਮਨਾਉਂਦਾ ਹੈ, ਸਦੀਪਕ ਜੀਵਨ ਉਸੇ ਦਾ ਹੈ ਅਤੇ ਮੈਂ ਅੰਤ ਦੇ ਦਿਨ ਉਹਨੂੰ ਜਿਉਂਦਾ ਉਠਾਵਾਂਗਾ। ਆਖਰਕਾਰ ਅਸੀਂ ਪਾਪਾਂ ਦੀ ਮਾਫੀ ਅਤੇ ਸਦੀਪਕ ਜੀਵਨ ਕਿੱਥੇ ਪਾ ਸਕਦੇ ਹਾਂ? ਉਹ ਨਵੇਂ ਨੇਮ ਦੇ ਪਸਾਹ ਵਿੱਚ ਹੈ। ਜੋ ਕੋਈ ਮਸੀਹ ਦਾ ਮਾਸ ਖਾਂਦਾ ਹੈ ਅਤੇ ਉਹਨਾਂ ਦਾ ਲਹੂ ਪੀਂਦਾ ਹੈ, ਸਦੀਪਕ ਜੀਵਨ ਉਸਦਾ ਹੈ। ਯਿਸੂ ਨੇ ਇਸ ਸੱਚਾਈ ਨੂੰ ਬਾਈਬਲ ਰਾਹੀਂ ਸਾਡੇ ਲਈ ਪ੍ਰਗਟ ਕੀਤਾ ਹੈ, ਜੋ ਕਿ ਇੱਕ ਆਤਮਿਕ ਮਾਈਕਰੋਸਕੋਪ ਹੈ। ਸਾਨੂੰ ਇਸ ਸੱਚਾਈ ਤੇ ਉਸੇ ਤਰ੍ਹਾਂ ਵਿਸ਼ਵਾਸ ਕਰਨਾ ਚਾਹੀਦਾ ਹੈ ਜਿਵੇਂ ਉਹ ਹੈ। ਇਹ ਉਹੀ ਹੈ ਜਿਸ ਦਾ ਪਰਮੇਸ਼ਵਰ ਨੇ ਸਾਡੇ ਨਾਲ ਵਾਅਦਾ ਕੀਤਾ। ਆਓ ਅਸੀਂ ਵਚਨ 55 ਵੱਲ ਵਧੀਏ। ਵਚਨ 55 ਵਿੱਚ ਯਿਸੂ ਕਹਿੰਦੇ ਹਨ, ਕਿਉਂਕਿ ਮੇਰਾ ਮਾਸ ਸੱਚਮੁੱਚ ਖਾਣ ਦੀ ਅਤੇ ਮੇਰਾ ਲਹੂ ਸੱਚਮੁੱਚ ਪੀਣ ਦੀ ਵਸਤੂ ਹੈ। ਜੋ ਮੇਰਾ ਮਾਸ ਖਾਂਦਾ ਅਤੇ ਮੇਰਾ ਲਹੂ ਪੀਂਦਾ ਹੈ ਸੋ ਮੇਰੇ ਵਿੱਚ ਰਹਿੰਦਾ ਹੈ ਅਰ ਮੈਂ ਉਸ ਵਿੱਚ। ਜਿਸ ਤਰ੍ਹਾਂ ਜਿਉਂਦੇ ਪਿਤਾ ਨੇ ਮੈਨੂੰ ਭੇਜਿਆ ਅਤੇ ਮੈਂ ਪਿਤਾ ਦੇ ਕਾਰਨ ਜਿਉਂਦਾ ਹਾਂ, ਉਸੇ ਤਰ੍ਹਾਂ ਜਿਹੜਾ ਮੈਨੂੰ ਖਾਂਦਾ ਹੈ ਸੋ ਮੇਰੇ ਕਾਰਨ ਕੀ ਜੀਏਗਾ। ਜੋ ਲੋਕ ਮਰ ਚੁੱਕੇ ਹਨ ਉਹ ਸੁੰਦਰ ਸੰਗੀਤ ਦੀ ਕਦਰ ਨਹੀਂ ਕਰ ਸਕਦੇ ਹਨ ਅਤੇ ਨਾ ਹੀ ਉਹ ਸ਼ਾਨਦਾਰ ਦ੍ਰਿਸ਼ਾਂ ਦੀ ਪ੍ਰਸ਼ੰਸਾ ਕਰ ਸਕਦੇ ਹਨ। ਅਜਿਹਾ ਕਿਉਂ ਹੈ? ਅਜਿਹਾ ਇਸ ਲਈ ਹੈ ਕਿਉਂਕਿ ਉਹ ਮਰ ਚੁੱਕੇ ਹਨ। ਬੇਜਾਨ ਅਵਸਥਾ ਵਿੱਚ ਉਹ ਕੁਝ ਵੀ ਮਹਿਸੂਸ ਨਹੀਂ ਕਰ ਸਕਦੇ। ਇਸ ਲਈ ਸਾਡੇ ਕੋਲ ਜੀਵਨ ਹੋਣਾ ਚਾਹੀਦਾ ਹੈ। ਫਿਰ ਅਸੀਂ ਜੀਵਨ ਕਿਵੇਂ ਪ੍ਰਾਪਤ ਕਰ ਸਕਦੇ ਹਾਂ? ਸਾਨੂੰ ਮਨੁੱਖ ਦੇ ਪੁੱਤਰ ਦਾ ਮਾਸ ਖਾਣਾ ਚਾਹੀਦਾ ਹੈ ਅਤੇ ਉਹਨਾਂ ਦਾ ਲਹੂ ਪੀਣਾ ਚਾਹੀਦਾ ਹੈ। ਇਸ ਲਈ ਅਸੀਂ ਪਸਾਹ ਨੂੰ ਕਿਵੇਂ ਅਸਵੀਕਾਰ ਕਰ ਸਕਦੇ ਹਾਂ ਜੋ ਪਰਮੇਸ਼ਵਰ ਦਾ ਹੁਕਮ ਹੈ? ਇਹ ਵੀ ਯਿਸੂ ਦੀ ਸਿੱਖਿਆ ਹੈ। ਉਹਨਾਂ ਨੇ ਕਿਹਾ, ਜਾਓ ਅਤੇ ਸਾਰੀਆਂ ਕੌਮਾਂ ਨੂੰ ਚੇਲੇ ਬਣਾਓ। ਸਾਨੂੰ ਹੋਰ ਕੀ ਕਰਨਾ ਚਾਹੀਦਾ ਹੈ? ਉਹਨਾਂ ਨੂੰ ਉਹਨਾਂ ਸਾਰੀਆਂ ਗੱਲਾਂ ਦੀ ਪਾਲਣਾ ਕਰਨ ਲਈ ਸਿਖਾਓ ਜਿਨ੍ਹਾਂ ਦਾ ਮੈਂ ਤੁਹਾਨੂੰ ਹੁਕਮ ਦਿੱਤਾ ਹੈ। ਇਹੀ ਕਾਰਨ ਹੈ ਕਿ ਰਸੂਲ ਪੌਲਸ ਯੂਰਪ ਵਿੱਚ ਕੁਰਿੰਥੁਸ ਤੱਕ ਗਿਆ।
유럽 지역까지 갔단 말이죠. ਕੁਰਿੰਥੁਸ ਖੇਤਰ ਯੂਰਪ ਵਿੱਚ ਸਥਿਤ ਹੈ। 유럽에 있습니다. ਉਸਨੇ ਯੂਰਪ ਵਿੱਚ ਕੀ ਪ੍ਰਚਾਰ ਕੀਤਾ? 뭘 전하고 있습니까? ਉਸਨੇ ਪਸਾਹ ਦਾ ਪ੍ਰਚਾਰ ਕੀਤਾ। ਆਓ 1 ਕੁਰਿੰਥੀਆਂ ਅਧਿਆਇ 10 ਵਚਨ 16 ਉੱਤੇ ਇੱਕ ਨਜ਼ਰ ਪਾਈਏ। ਅਧਿਆਇ 10 ਵਚਨ 16। ਉਹ ਬਰਕਤ ਦਾ ਪਿਆਲਾ ਜਿਹਦੇ ਉੱਤੇ ਅਸੀਂ ਬਰਕਤ ਮੰਗਦੇ ਹਾਂ ਕਿ ਉਹ ਕਿਸ ਵਿੱਚ ਸਾਂਝੇ ਹੁੰਦੇ ਹਨ? ਮਸੀਹ ਦੇ ਲਹੂ ਦੀ ਸਾਂਝਾ ਨਹੀਂ। ਉਹ ਰੋਟੀ ਜਿਹਨੂੰ ਅਸੀਂ ਤੋੜਦੇ ਹਾਂ ਕਿ ਉਹ ਮਸੀਹ ਦੇ ਸਰੀਰ ਦੀ ਸਾਂਝਾ ਸਹੀ। ਇਹ ਪਿਆਲਾ ਕੀ ਹੈ ਜੋ ਮਸੀਹ ਦੇ ਲਹੂ ਵਿੱਚ ਸਾਂਝਾ ਹੁੰਦਾ ਹੈ ਅਤੇ ਇਹ ਰੋਟੀ ਕੀ ਹੈ ਜੋ ਮਸੀਹ ਦੇ ਸਰੀਰ ਵਿੱਚ ਸਾਂਝੀ ਹੁੰਦੀ ਹੈ? 뭘 의미하는 것입니까? ਇਹ ਪਸਾਹ ਦੀ ਰੋਟੀ ਅਤੇ ਦਾਖਰਸ ਹੈ। ਆਓ ਅਸੀਂ ਵਚਨ 17 ਨਾਲ ਜਾਰੀ ਰੱਖੀਏ। ਰੋਟੀ ਇੱਕੋ ਹੈ, ਇਸ ਲਈ ਅਸੀਂ ਜੋ ਬਾਹਲੇ ਹਾਂ ਸੋ ਰਲ ਕੇ ਇੱਕ ਸਰੀਰ ਹਾਂ। ਅਜਿਹਾ ਕਿਉਂ ਹੈ? ਕਿਉਂ ਜੋ ਅਸੀਂ ਸਭੇ ਇੱਕ ਰੋਟੀ ਵਿੱਚ ਸਾਂਝੀ ਹਾਂ। ਆਓ 1 ਕੁਰਿੰਥੀਆਂ ਅਧਿਆਇ 11 ਉੱਤੇ ਇੱਕ ਨਜ਼ਰ ਪਾਈਏ। ਕਿਉਂਕਿ ਯਿਸੂ ਨੇ ਕਿਹਾ, ਉਹਨਾਂ ਨੂੰ ਉਹ ਸਭ ਕੁਝ ਮੰਨਣਾ ਸਿਖਾਓ ਜਿਨ੍ਹਾਂ ਦਾ ਮੈਂ ਤੁਹਾਨੂੰ ਹੁਕਮ ਦਿੱਤਾ ਹੈ। ਇਸ ਲਈ ਰਸੂਲ ਪੌਲਸ ਕੁਰਿੰਥੁਸ ਗਿਆ ਅਤੇ ਸੱਚਾਈ ਦਾ ਪ੍ਰਚਾਰ ਕੀਤਾ। ਆਓ 1 ਕੁਰਿੰਥੀਆਂ ਅਧਿਆਇ 11 ਵਚਨ 22 ਉੱਤੇ ਇੱਕ ਨਜ਼ਰ ਪਾਈਏ। ਭਲਾ ਖਾਣ ਪੀਣ ਲਈ ਤੁਹਾਡੇ ਆਪਣੇ ਘਰ ਨਹੀਂ ਹਨ? ਅਥਵਾ ਤੁਸੀਂ ਪਰਮੇਸ਼ੁਰ ਦੀ ਕਲੀਸਿਆ ਨੂੰ ਤੁੱਛ ਸਮਝਦੇ ਅਤੇ ਜਿਨ੍ਹਾਂ ਦੇ ਕੋਲ ਨਹੀਂ ਹਨ ਉਹਨਾਂ ਨੂੰ ਲੱਜਿਆਵਾਨ ਕਰਦੇ ਹੋ? ਮੈਂ ਤੁਹਾਨੂੰ ਕੀ ਆਖਾਂ? ਭਲਾ ਇਸ ਵਿੱਚ ਤੁਹਾਡੀ ਵਡਿਆਈ ਕਰਾਂ? ਮੈਂ ਤੁਹਾਡੀ ਵਡਿਆਈ ਨਹੀਂ ਕਰਦਾ ਹਾਂ। ਵਚਨ 23। ਮੈਂ ਤਾਂ ਇਹ ਗੱਲ ਪ੍ਰਭ ਤੋਂ ਪਾਈ ਸੀ ਜਿਹੜੀ ਤੁਹਾਨੂੰ ਸੌਂਪ ਦਿੱਤੀ ਪਈ। ਪ੍ਰਭ ਯਿਸੂ ਨੇ ਜਿਸ ਰਾਤ ਉਹ ਫੜਵਾਇਆ ਗਿਆ ਸੀ ਰੋਟੀ ਲਈ ਅਤੇ ਸ਼ੁਕਰ ਕਰਕੇ ਤੋੜੀ ਅਤੇ ਕਿਹਾ, ਇਹ ਮੇਰਾ ਸਰੀਰ ਹੈ ਜੋ ਇਹ ਕਿਸ ਲਈ ਹੈ? ਤੁਹਾਡੇ ਲਈ ਹੈ। ਮੇਰੀ ਯਾਦਗਾਰੀ ਲਈ ਇਹ ਕਰਿਆ ਕਰੋ। ਇਸੇ ਤਰ੍ਹਾਂ ਉਸਨੇ ਭੋਜਨ ਖਾਣ ਤੋਂ ਪਿੱਛੋਂ ਪਿਆਲਾ ਪੀ ਲਿਆ ਤੇ ਕਿਹਾ, ਜੋ ਇਹ ਪਿਆਲਾ ਮੇਰੇ ਲਹੂ ਵਿੱਚ ਨਵਾਂ ਨੇਮ ਹੈ। ਜਦ ਕਦੇ ਤੁਸੀਂ ਇਹਨੂੰ ਪੀਵੋ ਤਾਂ ਮੇਰੀ ਯਾਦਗਾਰੀ ਲਈ ਇਹ ਕਰਿਆ ਕਰੋ। ਕਿਉਂਕਿ ਜਦ ਕਦੇ ਤੁਸੀਂ ਇਹ ਰੋਟੀ ਖਾਓ ਅਤੇ ਪਿਆਲਾ ਪੀਓ ਤਾਂ ਤੁਸੀਂ ਪ੍ਰਭ ਦੀ ਮੌਤ ਦਾ ਪ੍ਰਚਾਰ ਕਰਦੇ ਰਹਿੰਦੇ ਹੋ ਜਦ ਤੀਕਰ ਉਹ ਨਾ ਆਵੇ। ਜਦੋਂ ਤੱਕ ਉਹ ਇਸ ਧਰਤੀ ਤੇ ਨਹੀਂ ਆਉਣਗੇ ਤਦ ਤੱਕ ਇਸ ਸੱਚਾਈ ਨਾਲ ਕੀ ਕੀਤਾ ਜਾਣਾ ਚਾਹੀਦਾ ਹੈ? ਇਸ ਸੱਚਾਈ ਦਾ ਲਗਾਤਾਰ ਪ੍ਰਚਾਰ ਕੀਤਾ ਜਾਣਾ ਚਾਹੀਦਾ ਹੈ। ਹਾਲਾਂਕਿ ਲੋਕ ਇਸ ਸੱਚਾਈ ਨੂੰ ਨਹੀਂ ਮੰਨਦੇ ਹਨ। ਅਜਿਹਾ ਕਿਉਂ ਹੈ? ਅਜਿਹਾ ਇਸ ਲਈ ਹੈ ਕਿਉਂਕਿ ਉਹ ਪਸਾਹ ਅਤੇ ਪਰਮੇਸ਼ਵਰ ਦੇ ਹੁਕਮਾਂ ਨੂੰ ਸਮਝਣ ਵਿੱਚ ਅਸਫਲ ਰਹਿੰਦੇ ਹਨ। ਪਰਮੇਸ਼ਵਰ ਨੇ ਸਾਨੂੰ ਜਗਾਇਆ ਕਿ ਪਸਾਹ ਚਰਚ ਆਫ ਗॉड ਦੀਆਂ ਲਾਜ਼ਮੀ ਸੱਚਾਈਆਂ ਵਿੱਚੋਂ ਇੱਕ ਹੈ। ਉਹਨਾਂ ਨੇ ਸਾਨੂੰ ਇਹ ਵੀ ਸਿਖਾਇਆ ਕਿ ਪਸਾਹ ਦੀ ਰੋਟੀ ਅਤੇ ਦਾਖਰਸ ਸਿਰਫ ਰੋਟੀ ਅਤੇ ਦਾਖਰਸ ਨਹੀਂ ਹੈ। ਇਸ ਦੀ ਬਜਾਏ ਉਹ ਇਸ ਅਰਥ ਨੂੰ ਦਰਸਾਉਂਦੇ ਹਨ, ਮੈਂ ਮਸੀਹ ਦਾ ਮਾਂਸ ਅਤੇ ਲਹੂ ਆਪਣੇ ਅੰਦਰ ਧਾਰਨ ਕਰਾਂਗਾ। ਪਸਾਹ ਉਹ ਨੇਮ ਹੈ ਜੋ ਸੱਚਾਈ ਦੇ ਇਸ ਵਚਨ ਨੂੰ ਪੂਰਾ ਕਰਦਾ ਹੈ, ਮੈਂ ਤੁਹਾਡੇ ਵਿੱਚ ਹੋਵਾਂਗਾ ਅਤੇ ਤੁਸੀਂ ਮੇਰੇ ਵਿੱਚ ਹੋਵੋਗੇ। ਇਹੀ ਕਾਰਨ ਹੈ ਕਿ ਪਸਾਹ ਸਮੇਤ ਪਰਮੇਸ਼ਵਰ ਦਾ ਹੁਕਮ ਸ਼ੁੱਧ ਸੋਨੇ ਨਾਲੋਂ ਜ਼ਿਆਦਾ ਕੀਮਤੀ ਹੈ। ਹਾਲਾਂਕਿ ਲੋਕ ਇਸ ਦੀ ਕੀਮਤ ਨਹੀਂ ਜਾਣਦੇ। ਇਸ ਨੂੰ ਕੋਈ ਨਹੀਂ ਸਮਝਦਾ। ਹਾਲਾਂਕਿ ਜਲਦੀ ਹੀ ਜਿਨ੍ਹਾਂ ਕੋਲ ਇਹ ਹੈ ਅਤੇ ਜਿਨ੍ਹਾਂ ਕੋਲ ਨਹੀਂ ਹੈ ਉਹਨਾਂ ਵਿਚਕਾਰ ਅੰਤਰ ਹੋਵੇਗਾ। ਪਰਮੇਸ਼ਵਰ ਸਭ ਕੁਝ ਦਾ ਅੰਤਰ ਕਰਨਗੇ। ਪਰਮੇਸ਼ਵਰ ਜਾਂ ਤਾਂ ਕਹਿਣਗੇ ਤੁਹਾਡੇ ਕੋਲ ਮੇਰੀ ਮੋਹਰ ਹੈ, ਜਾਂ ਤੁਸੀਂ ਹੇ ਪ੍ਰਭੂ ਪੁਕਾਰਿਆ, ਮੇਰੇ ਨਾਮ ਦੀ ਭਵਿੱਖਬਾਣੀ ਕੀਤੀ ਅਤੇ ਭੂਤਾਂ ਨੂੰ ਕੱਢਿਆ, ਪਰ ਤੁਹਾਡੇ ਕੋਲ ਮੇਰੀ ਮੋਹਰ ਨਹੀਂ ਹੈ। ਫਿਰ ਪਰਮੇਸ਼ਵਰ ਉਹਨਾਂ ਭੇਡਾਂ ਨੂੰ ਬੱਕਰੀਆਂ ਤੋਂ ਵੱਖਰਾ ਕਰਨ ਵਾਂਗ ਵੱਖ ਕਰਨਗੇ। ਯਿਸੂ ਦੀਆਂ ਸਿੱਖਿਆਵਾਂ ਦਾ ਪਾਲਣ ਕਰਦੇ ਹੋਏ ਜਿਨ੍ਹਾਂ ਨੇ ਕਿਹਾ, ਉਹਨਾਂ ਨੂੰ ਹਰ ਉਹ ਚੀਜ਼ ਦੀ ਪਾਲਣਾ ਕਰਨਾ ਸਿਖਾਓ ਜੋ ਮੈਂ ਤੁਹਾਨੂੰ ਹੁਕਮ ਦਿੱਤਾ ਹੈ। ਪਹਿਲੇ ਚਰਚ ਦੇ ਸੰਤਾਂ ਨੇ ਯੂਰਪ ਤੱਕ ਯਾਤਰਾ ਕੀਤੀ। ਇਸਰਾਏਲ ਦੇਸ਼ ਏਸ਼ੀਆ ਵਿੱਚ ਹੈ। ਉਹ ਏਸ਼ੀਆ ਤੋਂ ਯੂਰਪ ਗਏ, ਖੁਸ਼ਖਬਰੀ ਦਾ ਪ੍ਰਚਾਰ ਕੀਤਾ ਅਤੇ ਚਿੱਠੀਆਂ ਭੇਜੀਆਂ। ਇਹ ਉਹੀ ਹੈ ਜਿਸ ਦਾ ਤੁਹਾਨੂੰ ਪਾਲਣ ਕਰਨਾ ਚਾਹੀਦਾ ਹੈ। ਇਸ ਤਰ੍ਹਾਂ ਉਹਨਾਂ ਨੇ ਯਿਸੂ ਦੀਆਂ ਸਿੱਖਿਆਵਾਂ ਦਾ ਪ੍ਰਚਾਰ ਕੀਤਾ। ਉਹਨਾਂ ਨੇ ਇਸ ਤੱਥ ਤੇ ਜ਼ੋਰ ਦਿੱਤਾ ਕਿ ਇਸ ਸੱਚਾਈ ਦਾ ਪ੍ਰਚਾਰ ਉਸ ਦਿਨ ਤੱਕ ਕੀਤਾ ਜਾਣਾ ਚਾਹੀਦਾ ਹੈ ਜਦੋਂ ਤੱਕ ਕਿ ਪ੍ਰਭੂ ਦੁਬਾਰਾ ਨਹੀਂ ਆਉਣਗੇ। ਆਓ ਅਧਿਆਇ 5 ਉੱਤੇ ਜਾਈਏ। ਆਓ ਅਸੀਂ 1 ਕੁਰਿੰਥੀਆਂ ਅਧਿਆਇ 5 ਵਚਨ 7 ਵੇਖੀਏ। ਆਓ ਅਧਿਆਇ 5 ਵਚਨ 7 ਦੇਖੀਏ।
너희는 누룩 없는 자의 ਪੁਰਾਣੇ ਖਮੀਰ ਨੂੰ ਕੱਢ ਸੁੱਟੋ ਭਈ ਜਿਵੇਂ ਤੁਸੀਂ ਪਤੀਰੇ ਹੋਏ ਹੋ ਤਿਵੇਂ ਤੁਸੀਂ ਸਜਰੀ ਤੌਣ ਬਣੋ ਕਿਉਂ ਜੋ ਸਾਡਾ ਪਸਾਹ ਦਾ ਲੇਲਾ ਅਰਥਾਤ ਮਸੀਹ ਬਲੀਦਾਨ ਹੋਇਆ ਸੋ ਆਓ ਅਸੀਂ ਸਾਨੂੰ ਕੀ ਕਰਨਾ ਚਾਹੀਦਾ ਹੈ 희생이 되셨느니라. 이러므로 우리가 ਕੀ ਇੱਥੇ ਤਿਉਹਾਰ ਦਾ ਮਤਲਬ ਪਸਾਹ ਨਹੀਂ ਹੈ 여기서 말하는 명절은 유월절을 ਇਸ ਲਈ ਸਾਨੂੰ ਪਸਾਹ ਮਨਾਉਣਾ ਚਾਹੀਦਾ ਹੈ 유월절을 지켜야 합니다. ਪੁਰਾਣੇ ਖਮੀਰ ਨਾਲ ਨਹੀਂ ਨਾ ਬੁਰੀਆਈ ਅਰ ਦੁਸ਼ਟਪੁਣੇ ਦੇ ਖਮੀਰ ਨਾਲ ਸਗੋਂ ਨਿਸ਼ਕਪਟਤਾ ਤੇ ਸਚਾਈ ਦੀ ਪਤੀਰੀ ਰੋਟੀ ਨਾਲ 누룩 없는 떡으로 하자고 했습니다. ਇਸ ਤਰ੍ਹਾਂ ਇਸਰਾਇਲ ਵਿੱਚ ਰਹਿਣ ਵਾਲੇ ਇਬਰਾਨੀਆਂ ਨੇ ਪਸਾਹ ਦਾ ਪ੍ਰਚਾਰ ਕਰਨ ਲਈ ਏਸ਼ੀਆ ਤੋਂ ਯੂਰਪ ਦੀ ਯਾਤਰਾ ਕੀਤੀ 그 히브리 민족들이 그 유럽까지 갔어 말이에요. ਰਸੂਲ ਪੌਲਸ ਨੇ ਯੂਰਪ ਵਿੱਚ ਕੁਰਿੰਥੁਸ ਵਿੱਚ ਪ੍ਰਚਾਰ ਕੀਤਾ ਅਤੇ ਉੱਥੇ ਦੇ ਲੋਕਾਂ ਨੂੰ ਇੱਕ ਚਿੱਠੀ ਭੇਜੀ ਜਿਸ ਵਿੱਚ ਕਿਹਾ ਗਿਆ ਸੀ ਸਾਨੂੰ ਪਸਾਹ ਨੂੰ ਕਦੇ ਨਹੀਂ ਭੁੱਲਣਾ ਚਾਹੀਦਾ ਇਹ ਉਹ ਸਿੱਖਿਆ ਹੈ ਜੋ ਪ੍ਰਭੂ ਨੇ ਮੈਨੂੰ ਦਿੱਤੀ ਹੈ ਕਿਉਂ ਜੋ ਮੈਂ ਪ੍ਰਭੂ ਤੋਂ ਪ੍ਰਾਪਤ ਕੀਤਾ ਜੋ ਮੈਂ ਤੁਹਾਨੂੰ ਵੀ ਸੌਂਪਿਆ ਮੈਂ ਤੁਹਾਨੂੰ ਇਸ ਲਈ ਪ੍ਰਚਾਰ ਨਹੀਂ ਕੀਤਾ ਕਿਉਂਕਿ ਕਿਸੇ ਹੋਰ ਨੇ ਮੈਨੂੰ ਅਜਿਹਾ ਕਰਨ ਲਈ ਕਿਹਾ ਸੀ ਉਸ ਨੇ ਇਸ ਗੱਲ ਤੇ ਜ਼ੋਰ ਦਿੱਤਾ ਕਿ ਉਸਨੇ ਜੋ ਕੁਝ ਵੀ ਪ੍ਰਚਾਰ ਕੀਤਾ ਉਹ ਪ੍ਰਭੂ ਤੋਂ ਆਇਆ ਸਾਰੇ ਲੋਕੋ ਪਰਮੇਸ਼ਵਰ ਨੇ ਮੱਤੀ ਅਧਿਆਇ 13 ਵਿੱਚ ਜੰਗਲੀ ਬੀਜ ਅਤੇ ਕਣਕ ਦੇ ਦ੍ਰਿਸ਼ਟਾਂਤ ਵਿੱਚ ਕੀ ਕਿਹਾ ਪਹਿਲਾਂ ਜੰਗਲੀ ਬੀਜ ਨੂੰ ਇਕੱਠਾ ਕਰਕੇ ਅਤੇ ਸਾੜਨ ਲਈ ਉਹਨਾਂ ਨੂੰ ਬੰਡਲਾਂ ਵਿੱਚ ਬੰਨੋ ਫਿਰ ਕਣਕ ਨੂੰ ਮੇਰੇ ਕੋਠੇ ਵਿੱਚ ਇਕੱਠਾ ਕਰੋ ਦ੍ਰਿਸ਼ਟਾਂਤ ਵਿੱਚ ਕੀ ਜੰਗਲੀ ਬੀਜ ਉਹਨਾਂ ਨੂੰ ਸੰਕੇਤ ਨਹੀਂ ਕਰਦੇ ਜੋ ਪਰਮੇਸ਼ਵਰ ਦੇ ਹੁਕਮਾਂ ਨੂੰ ਨਹੀਂ ਮੰਨਦੇ ਹਨ ਅਤੇ ਕਣਕ ਉਹਨਾਂ ਨੂੰ ਜੋ ਉਹਨਾਂ ਦਾ ਪਾਲਣ ਕਰਦੇ ਹਨ ਪਸਾਹ ਦਾ ਅਜਿਹਾ ਮਹੱਤਵ ਹੈ ਸਾਨੂੰ ਪਰਮੇਸ਼ਵਰ ਦੇ ਲੋਕਾਂ ਦੇ ਰੂਪ ਵਿੱਚ ਸਵੀਕਾਰ ਕੀਤਾ ਜਾਂਦਾ ਹੈ ਸਾਡੇ ਉੱਤੇ ਮੋਹਰ ਲਗਾਈ ਜਾਂਦੀ ਹੈ ਅਸੀਂ ਪਾਪਾਂ ਦੀ ਮਾਫੀ ਪ੍ਰਾਪਤ ਕਰਦੇ ਹਾਂ ਅਤੇ ਸਦੀਪਕ ਜੀਵਨ ਪ੍ਰਾਪਤ ਕਰਦੇ ਹਾਂ ਇਸ ਲਈ ਵਰਤਮਾਨ ਵਿੱਚ ਪਸਾਹ ਦਾ ਪ੍ਰਚਾਰ ਸਮਾਰੋਹ ਆਯੋਜਿਤ ਕੀਤਾ ਜਾ ਰਿਹਾ ਹੈ ਮੈਂ ਪ੍ਰਾਰਥਨਾ ਕਰਦਾ ਹਾਂ ਕਿ ਇਸ ਪਸਾਹ ਦੇ ਪ੍ਰਚਾਰ ਸਮਾਰੋਹ ਦੇ ਜ਼ਰੀਏ ਸੀਯੋਨ ਪਰਿਵਾਰ ਦੇ ਸਾਰੇ ਮੈਂਬਰ ਕਈ ਆਤਮਾਵਾਂ ਨੂੰ ਸੱਚਾਈ ਵੱਲ ਅਗਵਾਈ ਕਰਨਗੇ ਤਾਂ ਜੋ ਅਸੀਂ ਪਰਮੇਸ਼ਵਰ ਤੋਂ ਪਿਆਰ ਅਤੇ ਆਸ਼ੀਸ਼ਾਂ ਪ੍ਰਾਪਤ ਕਰ ਸਕੀਏ ਇਸ ਤੋਂ ਇਲਾਵਾ ਆਓ ਅਸੀਂ ਪਸਾਹ ਮਨਾਉਣ ਲਈ ਆਪਣਾ ਮਾਣ ਕਦੇ ਨਾ ਗੁਆਈਏ ਸਾਡੇ ਅੰਦਰ ਕੌਣ ਹੈ ਕਿਉਂਕਿ ਪਰਮੇਸ਼ਵਰ ਨੇ ਸਾਨੂੰ ਆਪਣਾ ਮਾਂਸ ਅਤੇ ਲਹੂ ਦਿੱਤਾ ਹੈ ਇਸ ਲਈ ਉਹਨਾਂ ਨੇ ਸਾਡੇ ਨਾਲ ਇੱਕ ਵਾਅਦਾ ਕੀਤਾ ਹੈ ਮੈਂ ਤੁਹਾਡੇ ਅੰਦਰ ਰਹਾਂਗਾ ਉਹਨਾਂ ਨੇ ਕਿਹਾ ਮੇਰੇ ਮਾਂਸ ਤੇ ਲਹੂ ਤੋਂ ਬਿਨਾਂ ਜੀਵਨ ਨਹੀਂ ਹੈ ਕੀ ਇਸ ਦਾ ਮਤਲਬ ਇਹ ਨਹੀਂ ਹੈ ਕਿ ਪਰਮੇਸ਼ਵਰ ਉਹਨਾਂ ਨਾਲ ਨਹੀਂ ਹਨ ਪਿਤਾ ਅਤੇ ਮਾਤਾ ਦੀ ਆਸ਼ੀਸ਼ ਦੇ ਅਧੀਨ ਅਸੀਂ ਨਵੇਂ ਨੇਮ ਦੇ ਪਸਾਹ ਵਿੱਚ ਪ੍ਰਵੇਸ਼ ਕੀਤਾ ਇਹ ਆਸ ਕਰਦੇ ਹੋਏ ਕਿ ਅਸੀਂ ਇਸ ਸੱਚਾਈ ਨੂੰ ਮਹਿਸੂਸ ਕਰਨ ਅਤੇ ਮੁਕਤੀ ਪ੍ਰਾਪਤ ਕਰਨ ਦੀ ਇਜਾਜ਼ਤ ਦੇਣ ਲਈ ਐਲੋਹੀਮ ਪਰਮੇਸ਼ਵਰ ਨੂੰ ਸਦੀਪਕ ਧੰਨਵਾਦ ਮਹਿਮਾ ਅਤੇ ਸਤੁਤੀ ਦਿਆਂਗੇ ਮੈਂ ਅੱਜ ਦੇ ਉਪਦੇਸ਼ ਨੂੰ ਸਮਾਪਤ ਕਰਨਾ ਚਾਹਾਂਗਾ ਤੁਹਾਡਾ ਬਹੁਤ ਬਹੁਤ ਧੰਨਵਾਦ